ਕਈ ਪ੍ਰੋਮੋ ਚੱਲ ਰਹੇ ਆ ਆਪਣੇ ਟੀਵੀ ਦੇ ਉੱਤੇ ਜੀ। ਤੁਸੀਂ ਵਿਦਆਊਟ ਆਈਲੈਟਸ ਜਾਓ ਜੀ, ਤੁਸੀਂ ਫੀਸਾਂ ਬਾਅਦ ਚ ਦੇ ਦਿਓ ਜੀ, ਤੁਸੀਂ ਮਤਲਬ ਕਿ ਜਿੱਦਾਂ ਵੀ ਕਹੋਗੇ ਜੀ ਉੱਦਾਂ ਤਿਆਰ ਆ ਹੈ ਨਾ। ਇਹਦੇ ਵਿੱਚ ਮਤਲਬ ਕਿ ਕੀ ਸੱਚਾਈ ਹੈ, ਇਹ ਤੁਸੀਂ ਸਾਨੂੰ ਦੱਸੋ ਕਿ ਕੀ ਹੋ ਕੀ ਰਿਹਾ ਹੈ। ਕਿ ਬਹੁਤ ਸਾਰੇ ਲੋਕ ਕਿਆਸ ਲਾ ਰਹੇ ਨੇ ਕਿ ਸ਼ਾਇਦ ਅੰਬੈਸੀਜ਼ ਵੀਜ਼ਾ ਘਟਾਉਣਗੀਆਂ, ਸ਼ਾਇਦ ਉਹਦੇ ਵਿੱਚੋਂ ਹੋਰ ਸਖਤਾਈ ਹੋ ਜਾਏਗੀ। ਇਹ ਸਰਾਸਰ ਗਲਤ ਹੈ। ਔਰ ਰਹੀ ਗੱਲ ਸਟੂਡੈਂਟਸ ਲਈ ਯੈਸ, ਜਿੱਦਾਂ ਹੁਣ ਸੈਪਟੰਬਰ ਇਨਟੇਕ ਹੈਗੀ ਹੈ ਜਿਹਦੇ 'ਚ ਕੀ ਉਮੀਦ ਹੈਗੀ ਕਿ ਸਟੂਡੈਂਟਸ ਜਾ ਸਕਣਗੇ, ਬਿਕੋਜ਼ ਜਿੱਦਾਂ ਤੁਸੀਂ ਕਹਿ ਰਹੇ ਕਿ ਜਿਨ੍ਹਾਂ ਸਟੂਡੈਂਟਸ ਨੇ ਫੀਸਾਂ ਭਰੀਆਂ, ਜਿਨ੍ਹਾਂ ਦੇ ਵੀਜ਼ਾਸ ਹੋਏ ਆ, ਉਹ ਆਲਮੋਸਟ ਸਭ ਸੈਪਟੰਬਰ ਦੇ ਲਈ ਓਕੇ ਹੋ ਸਕਦੇ ਆ। ਜਿਹੜੇ ਬੱਚੇ ਮਤਲਬ ਕਿ ਆਪਣਾ ਰਜਿਸਟ੍ਰੇਸ਼ਨ ਕਰਾਉਣੇ ਚਾਹੁੰਦੇ ਆ, ਇਹ ਕਿਸ ਤਰ੍ਹਾਂ ਕਰਵਾ ਸਕਦੇ ਤੁਹਾਡੇ ਕੋਲੋਂ? ਸਾਡਾ ਹੈਲਪਲਾਈਨ ਆ 92168 92168। ਤੁਸੀਂ ਉਹਦੇ ਉੱਪਰ ਸਾਨੂੰ ਮੈਸੇਜ ਪਾਓ, ਤੁਹਾਨੂੰ ਆਨਲਾਈਨ ਕਲਾਸਿਸ ਤੁਹਾਡੀਆਂ ਸਟਾਰਟ ਹੋ ਜਾਣਗੀਆਂ। ਨਹੀਂ, ਵੀਜ਼ਾ ਜਿਨ੍ਹਾਂ ਕੋਲ ਹੈਗਾ ਉਹਨਾਂ ਦੀਆਂ ਇਨਟੇਕਸ ਡੈਫਰ ਹੋ ਰਹੀਆਂ ਨੇ, ਉਹਨਾਂ ਨੂੰ ਵੀਜ਼ਾ ਪ੍ਰੋਸੈਸ ਆਲਰੇਡੀ ਕਲੀਅਰ ਹੋ ਚੁੱਕਾ। ਆਪਾਂ ਟੂਰਿਸਟ ਵੀਜ਼ੇ ਜਿਨ੍ਹਾਂ ਦੇ ਉਹ ਦੁਬਾਰਾ ਹੀ ਲੈਣਾ ਪਏਗਾ। ਮੌਰੀਸ਼ੀਅਸ, ਦੋਹਾ, ਕਤਰ, ਇਹ ਰਾਤੋਂ ਰਾਤ ਵਰਲਡ ਮੈਪ ਤੇ ਜਗੇ ਨੇ, ਰਾਤੋਂ ਰਾਤ ਚਮਕਟ ਇਹਨਾਂ ਦੀ ਦਿਸਣ ਲੱਗ ਗਈ। ਇਹ ਸਿਰਫ ਇਸ ਕਰਕੇ ਕਿ ਸਾਡੀ ਗੋਆ ਦੀ ਟਿਕਟ ਜਿੰਨੇ ਦੀ ਲੱਗਦੀ ਸੀ ਉਨੇ ਤੋਂ ਘੱਟ ਖਰਚੇ 'ਚ ਅਸੀਂ ਥਾਈਲੈਂਡ ਹੋ ਆਈਦਾ ਸੀ। ਸੋ ਅੰਬੈਸੀਜ਼ ਓਪਨ ਨੇ, ਹਾਲੇ ਵੀ ਨਿਊਜ਼ੀਲੈਂਡ ਚੱਲ ਰਿਹਾ, ਕੈਨੇਡਾ ਚੱਲ ਰਿਹਾ, ਇੰਗਲੈਂਡ ਚੱਲ ਰਿਹਾ। ਜਿਹੜੀਆਂ ਜਿੱਦਾਂ ਅਮਰੀਕਾ ਹਿੱਟ ਹੋਇਆ, ਅਮਰੀਕਾ ਥੋੜਾ ਸਲੋ ਡਾਊਨ ਹੈ, ਬਟ ਜਿਹੜੀਆਂ ਅੰਬੈਸੀਜ਼ ਚੱਲ ਰਹੀਆਂ, ਆਨਲਾਈਨ ਯੂਨੀਵਰਸਿਟੀਜ਼ ਐਡਮਿਸ਼ਨਸ ਦੇ ਰਹੀਆਂ, ਅਗਰ ਕਿਤੇ ਕੋਈ ਨਾ ਕੋਈ ਆਸ ਹੈਗੀ ਆ, ਉਸੇ ਏਜੰਟ ਦੇ ਉੱਪਰ, ਉਸੇ ਆਸ ਦੇ ਉੱਪਰ ਏਜੰਟਸ ਨੇ, ਔਰ ਏਜੰਟਸ ਨੂੰ ਆਸ ਦੱਸੇਗੀ ਤਾਂ ਉਸੇ ਆਸ ਦੇ ਉੱਪਰ ਹੀ ਗਾਂ ਸਾਡਾ ਸੋਸ਼ਲ ਸੈਟਅਪ ਆ, ਸਟੂਡੈਂਟਸ ਆ। ਆਲਰੇਡੀ ਕਈ ਬੱਚਿਆਂ ਨੇ ਆਪਣੀਆਂ ਫੀਸਾਂ ਭਰੀਆਂ, ਕਈਆਂ ਦੇ ਵੀਜ਼ੇ ਮਤਲਬ ਕਿ ਆਏ ਹੋਏ ਆ, ਉਹਨਾਂ ਦਾ ਗਾਂ ਭਵਿੱਖ ਕੀ ਹੋਊਗਾ? ਹਾਂ, ਜਿਹੜੀ ਫੀਸਾਂ ਬਾਅਦ ਦੇਣ ਵਾਲੀ ਕਹਾਣੀ ਹੈ ਉਹ ਮੇਰੀ ਸਮਝ ਤੋਂ ਥੋੜੀ ਜਿਹੀ ਪਰੇ ਆ। ਇਹ 'ਚ ਜੂਆ ਖੇਡਣ ਵਾਂਗੂ ਨਹੀਂ ਹੈ ਕਿ ਤੁਸੀਂ ਇੰਨੇ ਪੈਸੇ ਲਾਓਗੇ ਤਾਂ ਇੰਨੇ ਮਿਲ ਜਾਣਗੇ, ਜਾਂ ਪਹਿਲਾਂ ਤੁਸੀਂ ਘੱਟ ਦੋਗੇ ਤਾਂ ਬਾਅਦ 'ਚ ਇੰਨੀ ਪੰਡ ਦੋਗੇ। ਮੈਂ ਹਾਂ ਪਰਮਿੰਦਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਦੇ। ਕੋਵਿਡ-19 ਦਾ ਕਰਕੇ ਜਿੱਥੇ ਅਨੇਕਾਂ ਦੇਸ਼ ਪ੍ਰਭਾਵਿਤ ਹੋਏ ਨੇ, ਉੱਥੇ ਹਰ ਤਰ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਹੀ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ। ਅਤੇ ਜਿਹੜੇ ਬੱਚਿਆਂ ਨੇ ਆਪਣੀਆਂ ਫੀਸਾਂ, ਕਈ ਬੱਚੇ ਚਾਹੁੰਦੇ ਸੀ ਆਪਣੇ ਸੁਪਨੇ ਸਜਾਉਣ ਵਾਸਤੇ ਬਾਹਰ ਜਾਣਾ ਚਾਹੁੰਦੇ ਸੀਗੇ, ਜਿਹੜੇ ਜਨਵਰੀ ਟੇਕ ਦੇ ਵਿੱਚ ਜਾਣਾ ਚਾਹੁੰਦੇ ਸੀ, ਆਪਣੇ ਬੱਚਿਆਂ ਦੀ ਫੀਸਾਂ ਭਰੀਆਂ ਕਈਆਂ ਨੇ, ਕਈ ਕਰਨਾ ਚਾਹੁੰਦੇ ਸੀਗੇ। ਇਸੇ ਬਾਬਤ ਅਸੀਂ ਅੱਜ ਆਪਣੀ ਪੂਰੀ ਜਾਣਕਾਰੀ ਲੈਣ ਵਾਸਤੇ ਰਾਇਲ ਟਰੈਵਲ ਤੋਂ ਸਾਡੇ ਨਾਲ ਜੁੜੇ ਨੇ ਰਵਿੰਦਰ ਸਿੰਘ ਜੀ। ਅਸੀਂ ਉਹਨਾਂ ਨੂੰ ਪੂਰੀ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਦੀ ਇਸ ਸਥਿਤੀ ਦੇ ਵਿੱਚ ਅੱਗੇ ਕੀ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਰਵਿੰਦਰ ਸਿੰਘ ਜੀ। ਬਹੁਤ ਸ਼ੁਕਰੀਆ ਸਰ ਜੀ। ਰਵਿੰਦਰ ਸਿੰਘ ਜੀ, ਜਿਹੜੇ ਬੱਚਿਆਂ ਨੇ, ਕਈਆਂ ਨੇ ਆਪਣੀਆਂ ਫੀਸਾਂ ਭਰੀਆਂ ਵਾ, ਕਈਆਂ ਨੇ ਜਾਣ ਦੇ ਸੁਪਨੇ ਸਜਾਏ ਆ, ਉਹਨਾਂ ਦੇ ਇਸ ਜਿਹੜੀ ਪਹੁੰਚ ਚੱਲਦੀ ਪਈ ਆ ਆਪਣੀ ਕੋਵਿਡ ਦੀ, ਇਸ ਤੋਂ ਕਿਸ ਤਰ੍ਹਾਂ ਦਾ ਮਤਲਬ ਕਿ ਗਾਂ ਕੀ ਚੱਲੂਗਾ ਇਹਦਾ? ਦੇਖੋ ਸਰ, ਇਹਦੇ 'ਚ ਬੇਸਿਕਲੀ ਆਲਮੋਸਟ ਡੇਲੀ ਅਪਡੇਟਸ ਨੇ, ਔਰ ਇਹਦੇ 'ਚ ਨੈਗੇਟਿਵ ਸਾਈਡ ਵੀ ਆ, ਪੋਜ਼ੀਟਿਵ ਸਾਈਡ ਵੀ ਆ। ਔਰ ਯੈਸ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਇਹ ਪਹਿਲੀ ਵਾਰੀ ਬਹੁਤ ਵੱਡੇ ਲੈਵਲ ਦੇ ਉੱਪਰ ਇਸ ਟ੍ਰੇਡ ਦੇ ਵਿੱਚ ਕਾਫੀ ਨੁਕਸਾਨ ਹੋਇਆ। ਨੁਕਸਾਨ ਇਨ ਦਾ ਸੈਂਸ ਕਿ ਮੀਨਸ 9/11 ਤੋਂ ਬਾਅਦ ਅਗਰ ਅਸੀਂ ਵੇਖੀਏ ਤਾਂ ਇਹ ਦਿਸ ਇਜ਼ ਦਾ ਫਸਟ ਟਾਈਮ ਕਿ ਜਦੋਂ ਅਸੀਂ ਕਹਿੰਦੇ ਕਿ ਇੰਡਸਟਰੀ ਇਫੈਕਟ ਹੋਈ ਆ। ਪਰ ਬਹੁਤ ਜ਼ਿਆਦਾ ਸਮਾਂ ਇਹਨੂੰ ਲੱਗੇਗਾ ਨਹੀਂ ਦੁਬਾਰਾ ਉੱਭਰਨ ਵਿੱਚ। ਔਰ ਸਾਨੂੰ ਬਹੁਤ ਸਾਰੀਆਂ ਚੀਜ਼ਾਂ, ਜੇਕਰ ਕੋਵਿਡ ਆਇਆ ਤਾਂ ਇਹ ਇੱਕ ਸਾਡੇ ਸਭ ਦੇ ਲਈ ਇੱਕ ਲੈਸਨ ਲੈ ਕੇ ਆਇਆ, ਬਿਕੋਜ਼ ਅਸੀਂ ਵੀ ਹਰ ਇੱਕ ਨੂੰ ਨਵੇਂ ਤੌਰ ਤਰੀਕੇ, ਨਵੇਂ ਕੰਮ ਕਰਨ ਦੇ ਜਿਹੜੇ ਆ ਉਹ ਅਪਣਾਏ ਆ। ਸੋ ਇਹਦੇ ਨਾਲ ਹੀ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਜ਼ਰੂਰ ਹੋਏਗਾ, ਇੰਡਸਟਰੀ ਚੱਲੇਗੀ, ਬਟ ਇਹਦੇ ਕੰਮ ਕਰਨ ਦੇ ਜਿਹੜੇ ਤੌਰ ਤਰੀਕੇ ਉਹ ਬਹੁਤ ਬਦਲਣਗੇ। ਔਰ ਰਹੀ ਗੱਲ ਸਟੂਡੈਂਟਸ ਲਈ ਯੈਸ, ਜਿੱਦਾਂ ਹੁਣ ਸੈਪਟੰਬਰ ਇਨਟੇਕ ਹੈਗੀ ਹੈ ਜਿਹਦੇ 'ਚ ਕੀ ਉਮੀਦ ਹੈਗੀ ਕਿ ਸਟੂਡੈਂਟਸ ਜਾ ਸਕਣਗੇ, ਬਿਕੋਜ਼ ਇਹਦੇ 'ਚ ਨਵੇਂ ਸਟੂਡੈਂਟਸ ਭਾਵੇਂ ਨਾ ਆ ਸਕਣ, ਬਟ ਜਿਹੜੇ ਜਿੱਦਾਂ ਤੁਸੀਂ ਕਹਿ ਰਹੇ ਕਿ ਜਿਨ੍ਹਾਂ ਸਟੂਡੈਂਟਸ ਨੇ ਫੀਸਾਂ ਭਰੀਆਂ, ਜਿਨ੍ਹਾਂ ਦੇ ਵੀਜ਼ਾਸ ਹੋਏ ਆ, ਉਹ ਆਲਮੋਸਟ ਸਭ ਸੈਪਟੰਬਰ ਦੇ ਲਈ ਓਕੇ ਹੋ ਸਕਦੇ ਆ। ਇੱਕ ਦੋ ਦਿਨ ਪਹਿਲਾਂ ਹੀ ਹਾਲੇ VFS ਸੈਂਟਰਸ ਖੁੱਲ੍ਹਣੇ ਸ਼ੁਰੂ ਹੋ ਗਏ ਆ, VFS ਦੇ ਸੈਨੀਟਾਈਜੇਸ਼ਨ ਦਾ ਕੰਮ ਸ਼ੁਰੂ ਹੋ ਗਿਆ। ਸੋ ਉਹ ਇੱਕ ਉਮੀਦ ਹੈਗੀ ਆ ਕਿ ਯੈਸ, ਇਹ ਦੁਬਾਰਾ ਬੱਚਿਆਂ ਦੀ ਅਪੁਆਇੰਟਮੈਂਟਸ ਹੋਣਗੀਆਂ। ਔਰ ਲੈ ਦੇ ਕੇ ਅਖੀਰ ਜੋ ਇੱਕ ਸੋਸ਼ਲ ਸਾਨੂੰ ਸੁਸਾਇਟੀ ਦੇ ਵਿੱਚ ਦਿਸਦਾ ਆ, ਜੇਕਰ ਬਾਕੀ ਕੰਮਕਾਰ ਚੱਲਣਗੇ ਤਾਂ ਯੈਸ, ਇਹ ਵੀ ਜ਼ਰੂਰ ਚੱਲੇਗਾ। ਠੀਕ ਹੈ। ਜਿਸ ਤਰ੍ਹਾਂ ਪਹਿਲਾਂ ਆਈਲੈਟਸ ਸੈਂਟਰ ਚੱਲਦੇ ਸੀਗੇ, ਕੀ ਹੁਣ ਮਤਲਬ ਕਿ ਉਸੇ ਤਰ੍ਹਾਂ ਚੱਲਣਗੇ ਕਿ ਕੁਛ ਇਹਨਾਂ ਦੇ ਚੇਂਜਸ ਆਉਣਗੇ? ਨਹੀਂ ਸਰ, ਜਿੱਦਾਂ ਮੈਂ ਹੁਣੇ ਦੱਸਿਆ ਨਾ ਕਿ ਇੰਡਸਟਰੀ ਨੂੰ ਬਹੁਤ ਕੁਝ ਸਿਖਾਇਆ ਗਿਆ ਆ। ਸੋ ਇਹਦੇ ਨਾਲ ਆਵਾਮ, ਪਬਲਿਕ, ਲੋਕਾਂ ਨੂੰ ਵੀ ਸਿੱਖਣਾ ਪੈਣਾ। ਸਿੱਖਣਾ ਕੀ ਪੈਣਾ ਆ, ਬਿਕੋਜ਼ ਅਸੀਂ ਅੱਗੇ ਪੁਰਾਣੇ ਤਰੀਕੇ ਨਾਲ ਕੰਮ ਕਰਦੇ ਹਾਂ। ਸਾਨੂੰ ਲੱਗਦਾ ਕਿ ਏਜੰਟ ਦੇ ਦਰਵਾਜ਼ੇ 'ਤੇ ਜਾ ਕੇ ਕੁੰਡਾ ਖੜਕਾ ਕੇ ਉਹਦੇ ਨਾਲ ਆਮੋ ਸਾਹਮਣੇ ਬਹਿ ਕੇ ਗੱਲਬਾਤ ਕਰਕੇ, ਸ਼ਰਤਾਂ ਟੁੱਕ ਕੇ, ਤੇ ਫਿਰ ਹੀ ਅਗਲੀ ਕੋਈ ਕਹਾਣੀ ਨਿਬੜੀਏ, ਬਿਕੋਜ਼ ਸਾਨੂੰ ਉਸ ਤਰੀਕੇ ਨਾਲ ਯਕੀਨ ਨਹੀਂ ਆਉਂਦਾ।
ਆ ਜਿਹੜਾ ਵਰਚੁਅਲ ਵਰਲਡ ਆ ਜਿਹਦੇ ਵਿੱਚ ਕਿ ਆਨਲਾਈਨ ਟ੍ਰੇਨਿੰਗ, ਆਨਲਾਈਨ ਸੈਸ਼ਨਸ, ਆਨਲਾਈਨ ਤੁਸੀਂ ਕਿਸੇ ਨਾਲ ਕੰਸਲਟੇਸ਼ਨ ਕਰ ਸਕਦੇ ਹੋ, ਇਹ ਕਿਤੇ ਸਾਡੇ ਹਾਲੇ ਹਜਮ ਨਹੀਂ ਹੋ ਰਿਹਾ, ਸਾਡੇ ਹਾਲੇ ਗਲੇ ਨਹੀਂ ਉਤਰ ਰਿਹਾ। ਪਰ ਫਿਊਚਰ ਐਗਜ਼ੈਕਟਲੀ ਇਹ ਹੀ ਹੈ। ਇਹ ਅਸੀਂ ਅੱਜ ਮੰਨ ਲਈਏ, ਇਹ ਅਸੀਂ ਕੱਲ੍ਹ ਮੰਨ ਲਈਏ, ਇਹ ਮੰਨਣਾ ਪੈਣਾ ਆ। ਹਾਂ, ਤੁਸੀਂ ਅੱਜ ਸੋਚੋ ਤੁਹਾਡੇ ਬੱਚੇ ਤੇ ਨਾਰਮਲ ਸਕੂਲਾਂ 'ਚ ਪੜ੍ਹਦੇ ਆ, ਅੱਜ ਗਵਰਨਮੈਂਟ ਕਹਿ ਦੇ ਕਿ ਕੱਲ੍ਹ ਤੋਂ ਸਕੂਲ ਓਪਨ, ਕੀ ਤੁਸੀਂ ਕੱਲ੍ਹ ਆਪਣੇ ਬੱਚੇ ਨੂੰ ਸਕੂਲ ਭੇਜ ਲਓਗੇ? ਸੋ ਤੁਸੀਂ ਹਾਲੇ 100 ਵਾਰੀ ਸੋਚੋਗੇ ਕਿ ਉਹਨੂੰ ਭੇਜੀਏ ਕਿ ਨਾ ਭੇਜੀਏ। ਪਰ ਅਸੀਂ ਕਿਸੇ ਦੀ ਐਜੂਕੇਸ਼ਨ ਲੈਣ ਦੀ, ਕਿਸੇ ਦੀ ਪੜ੍ਹਨ ਦੀ ਉਹ ਜਿਗਿਆਸਾ ਖਤਮ ਕਰਦੀ, ਤੇ ਉਹ ਸਭ ਤੋਂ ਵੱਡਾ ਨੁਕਸਾਨ ਹੈ। ਸੋ ਆਨਲਾਈਨ ਲਰਨਿੰਗ ਪਲੇਟਫਾਰਮ ਹੀ ਇੱਕ ਐਸੀ ਚੀਜ਼ ਆ। ਅਸੀਂ ਕੋਵਿਡ ਤੋਂ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ, ਬਿਕੋਜ਼ ਅਸੀਂ ਤੇ ਇਸ ਸਮੇਂ ਨੂੰ ਨਾਲ ਚੱਲ ਰਹੇ ਸੀ। ਅਸੀਂ ਆਲਰੇਡੀ ਜਿਹੜੀ ਆਇਲਸ ਦੀਆਂ ਐਪਸ ਆਲਰੇਡੀ ਤਿਆਰ ਕੀਤੀਆਂ ਹੋਈਆਂ ਸੀ, ਔਰ ਅਨਫੋਰਚੂਨੇਟਲੀ ਇਹ ਸਮਾਂ ਵੀ ਆਇਆ। ਸੋ ਇਸੇ ਤਰੀਕੇ ਨਾਲ ਬੱਚੇ ਦੀਆਂ ਆਨਲਾਈਨ ਕਲਾਸਿਸ ਲੱਗ ਰਹੀਆਂ। ਹਾਂ, ਹਾਲੇ ਜਿੰਨਾ ਰਸ਼ ਆਇਲਟ ਸੈਂਟਰਸ ਦੇ ਵਿੱਚ ਹੁੰਦਾ ਆ, ਉਹਨਾਂ ਆਨਲਾਈਨ ਲਰਨਿੰਗ ਵਾਲੇ ਸਟੂਡੈਂਟਸ ਦੇ ਵਿੱਚ ਹਾਲੇ ਘੱਟ ਆ। ਪਰ ਉਹ ਤਾਂ ਘੱਟ ਆ ਬਿਕੋਜ਼ ਹਰ ਕੋਈ ਇਹ ਸੋਚਦਾ ਕਿ ਇਹ ਅੱਜ ਨਹੀਂ ਤਾਂ ਕੱਲ੍ਹ ਹੋ ਜਾਣਾ, ਕੱਲ੍ਹ ਨਹੀਂ ਤਾਂ ਪਰਸੋਂ ਨਾਰਮਲ ਹੋ ਜਾਏਗਾ, ਕੋਈ ਨਹੀਂ। ਬਿਕੋਜ਼ ਸਟੂਡੈਂਟਸ ਬੇਸਿਕਲੀ ਕਿਤੇ ਨਾ ਕਿਤੇ ਮਕਰਾ ਆਇਆ ਕਿ ਮੈਨੂੰ ਲਾਸਟ ਮਿੰਟ ਤੱਕ ਪੜ੍ਹਨਾ ਨਾ ਪਵੇ। ਸੋ ਸਾਨੂੰ ਇਹ ਆਦਤ ਨੂੰ ਬਦਲਣਾ ਪੈਣਾ ਹੈ, ਕਿਉਂਕਿ ਜੇ ਸਿੱਖਣਾ ਆ, ਜੇ ਪੜ੍ਹਨਾ ਆ, ਤੇ ਦੂਸਰਾ ਕੋਈ ਵਿਕਲਪ ਹੀ ਹੈ ਨਹੀਂ ਆ, ਦੂਸਰਾ ਕੋਈ ਤਰੀਕਾ ਹੀ ਹੈ ਨਹੀਂ ਆ। ਸੋ ਫਿਊਚਰ ਹੈ ਹੀ ਇਹਦੇ ਵਿੱਚ ਹੈ। ਸੋ ਅਗਰ ਅਸੀਂ ਬਾਹਰਲੇ ਕਈ ਮੁਲਕਾਂ ਦੀ ਜਦੋਂ ਅਸੀਂ ਗੱਲ ਕਰ ਲਈਏ, IT ਇੰਡਸਟਰੀ ਦਾ ਬੂਮ ਹੈ। ਤੁਸੀਂ ਦੇਖੋ, ਅਸੀਂ ਬਹੁਤ ਦੁਨੀਆ ਦੇ ਵਿੱਚ ਅਸੀਂ ਅਮਰੀਕਾ ਨੂੰ IT ਪ੍ਰੋਫੈਸ਼ਨਲ ਸਪਲਾਈ ਕੀਤੇ ਆ। ਮਤਲਬ ਇੱਦਾਂ ਦੇ ਲੋਕ ਇੰਡੀਆ ਤੋਂ ਨੇ, $600 1 ਘੰਟੇ ਦਾ ਚਾਰਜ ਕਰਨ ਵਾਲੇ ਲੋਕ ਨੇ ਇੰਡੀਅਨਸ। ਪਰ ਸਾਡੀ ਤੁਹਾਡੀ ਜ਼ਿੰਦਗੀ ਦੇ ਵਿੱਚ IT ਕਿੰਨੀ ਕੁ, ਉਹ ਸਿਵਾਏ ਸੋਸ਼ਲ ਮੀਡੀਆ ਤੋਂ ਹੈ ਹੀ ਨਹੀਂ ਆ। ਸੋ ਅਸੀਂ ਅੰਡਰਸਟੈਂਡ ਹੀ ਨਹੀਂ ਕਰਦੇ ਕਿ IT ਨਾਮ ਦੀ ਕੋਈ ਚੀਜ਼ ਆ ਸਾਡੀ ਡੇ ਟੂ ਡੇ ਲਾਈਫ ਦੇ ਵਿੱਚ। ਸੋ ਸਾਨੂੰ IT ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਇਨਕਲੂਡ ਕਰਨੀ ਪੈਣੀ ਆ। ਇਹ ਲਰਨਿੰਗ ਦੇ ਵਿੱਚ ਵੀ ਆ, ਇਹ ਸਾਡੇ ਆਫਿਸਿਸ ਵਿੱਚ ਵੀ ਆ, ਇਹ ਸੁਸਾਇਟੀ ਦੇ ਵਿੱਚ ਵੀ ਆ। ਹੁਣ ਗਵਰਨਮੈਂਟ ਚੈਨਲ ਚਲਾ ਰਹੀ ਹੈ ਜੀ, ਤੁਸੀਂ ਆਨਲਾਈਨ ਪੜ੍ਹ ਲਓ, ਚਾਹੇ ਉਹ ਵੀਡੀਓ ਚੈਨਲ ਸੀ, ਚਾਹੇ ਉਹ ਮਤਲਬ ਆਨਲਾਈਨ ਲਰਨਿੰਗ ਦੇ ਮੋਡਿਊਲਸ ਆ। ਸੋ ਲੈ ਦੇ ਕੇ ਫਿਊਚਰ ਆਨਲਾਈਨ ਇੰਡਸਟਰੀ ਹੀ ਹੈ, ਔਰ ਇਹਦੇ ਨਾਲ ਹੀ ਕੰਮ ਚੱਲੇਗਾ। ਜਿਹੜੇ ਬੱਚੇ ਮਤਲਬ ਕਿ ਆਪਣਾ ਰਜਿਸਟ੍ਰੇਸ਼ਨ ਕਰਾਉਣੇ ਚਾਹੁੰਦੇ ਆ, ਇਹ ਕਿਸ ਤਰ੍ਹਾਂ ਕਰਵਾ ਸਕਦੇ ਤੁਹਾਡੇ ਕੋਲੋਂ? ਸਾਡਾ ਹੈਲਪਲਾਈਨ ਆ 92168 92168। ਤੁਸੀਂ ਉਹਦੇ ਉੱਪਰ ਸਾਨੂੰ ਮੈਸੇਜ ਪਾਓ, ਤੁਹਾਨੂੰ ਆਨਲਾਈਨ ਕਲਾਸਿਸ ਤੁਹਾਡੀਆਂ ਸਟਾਰਟ ਹੋ ਜਾਣਗੀਆਂ। ਔਰ ਓਬਵੀਅਸਲੀ ਉਹਦੇ 'ਚ ਸਟੂਡੈਂਟਸ ਜਿੱਦਾਂ ਤੁਹਾਡੇ ਸਕੂਲ ਦੇ ਵਿੱਚ ਕਲਾਸਿਸ ਲੱਗਦੀ ਨਾ, ਅਸੀਂ ਫਿਲਹਾਲ ਉਸੇ ਰੂਪ ਦੇ ਉੱਪਰ ਹੀ ਹਾਂ। ਔਰ ਸਟੂਡੈਂਟ 1 to 1 ਉਹਦੇ 'ਚ ਲਾਈਕ ਟ੍ਰੇਨਿੰਗ ਆ, ਸੈਸ਼ਨ ਆ, ਵਰਕਸ਼ੀਟਸ ਆ। ਸੋ ਅਸੀਂ ਉਹਨੂੰ ਬੜਾ ਪ੍ਰੋਫੈਸ਼ਨਲੀ ਸਮ ਅਪ ਕੀਤਾ ਹੋਇਆ ਕਿ ਬੱਚੇ ਆਪਣੀਆਂ ਕਲਾਸਿਸ ਲਾ ਸਕਣ, ਔਰ ਸਮੇਂ ਸਿਰ ਬਿਨਾਂ ਸਮਾਂ ਗਵਾਇਆ। ਬਿਕੋਜ਼ ਅਸੀਂ ਜਿੰਨਾ ਲੇਟ ਹੋਵਾਂਗੇ ਉਨਾ ਹੀ ਸਤੰਬਰ ਇਨਟੇਕ ਦੂਰ ਆ, ਉਨੀ ਜਨਵਰੀ ਇਨਟੇਕ ਦੂਰ ਆ। ਸੋ ਅਗਰ ਤੁਸੀਂ ਸ਼ਿਓਰ ਹੋ ਕੋਈ ਜਾਣਾ ਹੀ ਜਾਣਾ ਆ, ਤੇ ਫਿਰ ਇਹ ਸਮਾਂ ਨਾ ਗਵਾਓ। ਇਹਨਾਂ ਨੂੰ ਜਿਹੜੀਆਂ ਆਨਲਾਈਨ ਲਰਨਿੰਗ ਆ ਉਹਦਾ ਵਿੱਚ ਹਿੱਸਾ ਲਓ। ਸੋ ਤੁਸੀਂ ਰਾਇਲ ਟਰੈਵਲਸ ਦਾ ਨੰਬਰ ਹੈ 92168 92168, ਉਹਦੇ ਉੱਪਰ ਤੁਸੀਂ ਮੈਸੇਜ ਪਾਓ ਔਰ ਤੁਹਾਨੂੰ ਰਜਿਸਟ੍ਰੇਸ਼ਨ ਦੀ ਆਪਣੇ ਆਪ ਕਾਲ ਆ ਜਾਏਗੀ। ਅੱਛਾ, ਕਈ ਜਿਹੜੇ 6-6 ਮਹੀਨਿਆਂ ਦੇ ਜਿਨ੍ਹਾਂ ਦੇ ਮਤਲਬ ਕਿ ਵੀਜ਼ੇ ਲੱਗੇ ਆ ਕੈਨੇਡਾ ਦੇ, ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਦੁਬਾਰਾ ਕਰਨਾ ਪਊਗਾ ਕਿ ਉਸੇ ਵੀਜ਼ੇ 'ਤੇ ਦੁਬਾਰਾ ਉਹ ਜਾ ਸਕਦੇ ਆ? ਨਹੀਂ, ਵੀਜ਼ਾ ਜਿਨ੍ਹਾਂ ਕੋਲ ਹੈਗਾ ਉਹਨਾਂ ਦੀਆਂ ਇਨਟੇਕਸ ਡੈਫਰ ਹੋ ਰਹੀਆਂ ਨੇ, ਉਹਨਾਂ ਨੂੰ ਵੀਜ਼ਾ ਪ੍ਰੋਸੈਸ ਆਲਰੇਡੀ ਕਲੀਅਰ ਹੋ ਚੁੱਕਾ। ਔਰ ਕਿਤੇ ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ ਹਾਂ, ਜਿਹੜੇ ਆਪਾਂ ਟੂਰਿਸਟ ਵੀਜ਼ੇ ਜਿਨ੍ਹਾਂ ਦੇ, ਉਹ ਦੁਬਾਰਾ ਹੀ ਲੈਣਾ ਪਏਗਾ। ਬਿਕੋਜ਼ ਟੂਰਿਸਟ ਵੀਜ਼ਾ ਇੱਕ ਟੈਂਪਰੇਰੀ ਵੀਜ਼ਾ ਹੈ, ਜਿਹੜਾ ਲੇਅਰ ਲਈ, ਫਨ ਲਈ, ਮੌਜ ਮਸਤੀ ਲਈ ਤੁਸੀਂ ਇੱਕ ਸਮਾਂ ਚੁਣਿਆ ਸੀ, ਉਹ ਸਮਾਂ ਮਿਸ ਹੋ ਗਿਆ। ਸੋ ਅਗਰ ਤੁਸੀਂ ਦੁਬਾਰਾ ਪੈਸੇ ਖਰਚ ਸਕਦੇ ਹੋ, ਉਸ ਗਵਰਨਮੈਂਟ ਨੂੰ ਅਗੇਨ ਤੁਹਾਨੂੰ ਐਕਸਪਲੇਨ ਕਰਨਾ ਪਊਗਾ ਕਿ ਤੁਸੀਂ ਇਸ ਸਿਚੁਏਸ਼ਨ ਤੋਂ ਬਾਹਰ ਹੋ, ਤੁਸੀਂ ਅਗੇਨ ਬਾਹਰ ਜਾਣ ਕੇ ਛੁੱਟੀਆਂ ਆਪਣੀਆਂ ਸਪੈਂਡ ਕਰਨੀਆਂ ਚਾਹੁੰਦੇ ਹੋ, ਤਾਂ ਫਿਰ ਓਪਨ ਹੈ। ਔਰ ਇੱਕ ਚੀਜ਼ ਮੈਂ ਥੋੜ੍ਹੀ ਬਹੁਤ ਪੋਜ਼ਿਟਿਵਿਟੀ ਵਾਲੀ ਦੱਸ ਦਿੰਦਾ ਕਿ ਬਹੁਤ ਸਾਰੇ ਲੋਕ ਕਿਆਸ ਲਾ ਰਹੇ ਨੇ ਕਿ ਸ਼ਾਇਦ ਅੰਬੈਸੀਜ਼ ਵੀਜ਼ਾ ਘਟਾਉਣਗੀਆਂ, ਸ਼ਾਇਦ ਉਹਦੇ ਵਿੱਚੋਂ ਹੋਰ ਸਖਤਾਈ ਹੋ ਜਾਏਗੀ। ਇਹ ਸਰਾਸਰ ਗਲਤ ਹੈ। ਬਹੁਤ ਸਾਰੀਆਂ ਇਕੋਨਮੀਜ਼ ਜਦੋਂ ਹਿੱਟ ਹੁੰਦੀਆਂ ਨੇ, ਜਦੋਂ ਇਕੋਨਮੀਜ਼ ਦੇ ਵਿੱਚ ਲਾਈਕ ਸਰਵਾਈਵਲ ਔਖਾ ਹੁੰਦਾ ਹੈ, ਜਦੋਂ ਪੈਸੇ ਦੀ ਘਾਟ ਹੁੰਦੀ ਹੈ ਕਿਸੇ ਵੀ ਮੁਲਕ ਨੂੰ, ਤੇ ਸਟੂਡੈਂਟ ਵੀਜ਼ਾ ਇੱਕ ਐਸੀ ਚੀਜ਼ ਆ, ਟੂਰਿਸਟ ਵੀਜ਼ਾ ਇੱਕ ਐਸੀ ਚੀਜ਼ ਆ ਜਿਹੜਾ ਰਾਤੋਂ ਰਾਤ ਇਕੋਨਮੀ ਨੂੰ ਬੂਸਟ ਅਪ ਕਰਦੇ ਨੇ। ਬਹੁਤ ਸਾਰੇ ਦੁਨੀਆ ਦੇ ਮੁਲਕ ਨੇ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮੌਰੀਸ਼ੀਅਸ, ਦੋਹਾ, ਕਤਰ, ਇਹ ਰਾਤੋਂ ਰਾਤ ਵਰਲਡ ਮੈਪ 'ਤੇ ਜਗੇ ਨੇ, ਰਾਤੋਂ ਰਾਤ ਚਮਕ ਇਹਨਾਂ ਦੀ ਦਿਸਣ ਲੱਗ ਗਈ। ਇਹ ਸਿਰਫ ਇਸ ਕਰਕੇ ਕਿ ਸਾਡੀ ਗੋਆ ਦੀ ਟਿਕਟ ਜਿੰਨੇ ਦੀ ਲੱਗਦੀ ਸੀ, ਉਨੇ ਤੋਂ ਘੱਟ ਖਰਚੇ 'ਚ ਅਸੀਂ ਥਾਈਲੈਂਡ ਹੋ ਆਈਦਾ ਸੀ। ਸੋ ਜਦੋਂ ਤੁਹਾਨੂੰ ਇਹ ਅਪਰਚੁਨਿਟੀਜ਼ ਦਿਸਦੀਆਂ ਨੇ, ਸੋ ਉਹ ਇਹ ਸਭ ਕੁਝ ਚੱਲੇਗਾ। ਸੋ ਟੂਰਿਜ਼ਮ ਵਿੱਚ ਬਹੁਤ ਤਕੜੀ ਤਾਕਤ ਹੈ ਕਿਸੇ ਵੀ ਇਕੋਨਮੀ ਨੂੰ ਮੋਬਿਲਾਈਜ਼ ਕਰਨ ਦੀ। ਸੋ ਟੂਰਿਜ਼ਮ ਅਫੈਕਟ ਨਹੀਂ ਹੋਏਗਾ। ਹਾਂ, ਅਫੈਕਟ ਕੀ ਹੋਏਗਾ ਕਿ ਤੁਹਾਡੀ ਜੇਬ ਕਿੰਨਾ ਅਲਾਓ ਕਰ ਰਹੀ ਆ।
ਕੋਵਿਡ ਦਾ ਤੁਹਾਡੇ ਉੱਪਰ ਅਸਰ ਕਿੰਨਾ ਹੋਇਆ, ਤੁਹਾਡੀ ਆਪਣਾ ਅਰਨਿੰਗ ਪੋਟੈਂਸ਼ੀਅਲ ਕਿੰਨਾ ਰਹਿ ਗਿਆ। ਸੋ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ, ਟੂਰਿਸਟ ਵੀਜ਼ਾਸ ਅੰਬੈਸੀਜ਼ ਅੱਗੇ ਨਾਲੋਂ ਵਧੇਗਾ, ਘਟੇਗਾ ਨਹੀਂ ਇਹ। ਕੋਵਿਡ ਦਾ ਕਰਕੇ ਜਿੱਥੇ ਲੋਕਾਂ ਦੀਆਂ ਜੇਬਾਂ ਖਾਲੀ ਹੋ ਚੁੱਕੀਆਂ, ਉੱਥੇ ਹਰ ਤਰ੍ਹਾਂ ਦੀਆਂ ਐਮਬੈਸੀਜ਼ ਬੰਦ ਆ, ਹੈ ਨਾ। ਫਿਰ ਵੀ ਜਿਹੜੀਆਂ ਟਰੈਵਲ ਕੰਪਨੀਆਂ ਆਪਣੀਆਂ ਐਡ ਦੇਈ ਜਾ ਰਹੀਆਂ ਵਾ, ਹੈ ਨਾ, ਉਹਨੂੰ ਮਤਲਬ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪੈਸਾ ਇਕੱਠਾ ਕਰਨ ਦਾ ਜ਼ਰੀਆ ਹੈ? ਨਹੀਂ, ਇਹ ਤੁਹਾਡੇ ਜਿਉਂਦੇ ਦਿਸਣ ਦੀ ਆਸ ਹੈ ਕਿ ਤੁਸੀਂ ਜਿਉਂਦੇ ਹੋ, ਸਭ ਕੁਝ ਖਤਮ ਨਹੀਂ ਹੋ ਗਿਆ। ਅਗਰ ਤੁਸੀਂ ਟੀਵੀ ਦੇ ਉੱਪਰ ਕਮਰਸ਼ੀਅਲਸ ਵੇਖਦੇ ਹੋ, ਐਡ ਦਿਸਦੇ ਹੋ, ਇਹਦਾ ਮਤਲਬ ਇਹ ਹੈ ਕਿ ਦੁਨੀਆ ਚੱਲ ਰਹੀ ਹੈ। ਜਿੱਦਣ ਤੁਹਾਡੇ ਟੀਵੀ ਦੇ ਉੱਪਰ ਇਕੱਲਾ ਸ਼ਾਸਤਰੀ ਸੰਗੀਤ ਚੱਲੇਗਾ, ਉਦੋਂ ਤੁਹਾਨੂੰ ਫਿਕਰ ਕਰਨ ਦੀ ਲੋੜ ਹੈ। ਸੋ ਜਦ ਤੱਕ ਇਹ ਸਭ ਕੁਝ ਚੱਲ ਰਿਹਾ, ਪ੍ਰਮੋਸ਼ਨਸ ਚੱਲ ਰਹੀਆਂ, ਇਹ ਜੀਵਨ ਦੀ ਆਸ ਹੈ। ਸੋ ਓਬਵੀਅਸਲੀ ਬਹੁਤ ਸਾਰੀਆਂ ਅੰਬੈਸੀਜ਼, ਬਹੁਤ ਸਾਰੇ ਜਿਹੜੀਆਂ ਅੰਬੈਸੀਜ਼ ਨੇ ਵੀ ਸਿੱਖਿਆ, ਇਹੀ ਸਿੱਖਿਆ ਕਿ ਆਨਲਾਈਨ ਵਰਕਿੰਗ ਕਿੱਦਾਂ ਆ। ਸੋ ਪਹਿਲਾਂ ਸਾਰੇ ਪੁਰਾਣੇ ਤਰੀਕੇ ਨਾਲ ਹੀ ਕੰਮ ਕਰਦੇ ਸੀ ਕਿ ਫਿਜ਼ੀਕਲ ਡਾਟਾ ਆਏਗਾ, ਫਾਈਲ ਲੱਗਾ ਹੱਥਾਂ ਦੇ ਅੱਗੇ ਖੁੱਲ੍ਹੇਗੀ ਅਤੇ ਫਿਰ ਹੀ ਗੱਲ ਕਰਾਂਗੇ। ਸੋ ਇਹ ਸਾਡੇ ਸਾਰੀ ਮਾਨਵਤਾ ਲਈ ਇੱਕ ਲੈਸਨ ਆ ਕਿ ਜਿੱਥੇ ਨਹੀਂ ਜ਼ਰੂਰਤ ਜਾਣ ਦੀ, ਉਸ ਤੋਂ ਬਿਨਾਂ ਕੰਮ ਚਲਾਇਆ ਜਾ ਸਕੇ। ਤੁਸੀਂ ਅਕਸਰ ਕਿਸੇ ਨੇ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਸੀ ਫੋਨ 'ਤੇ, ਤੁਸੀਂ ਕਹਿੰਦੇ ਯਾਰ ਮੈਨੂੰ ਨਹੀਂ ਸਮਝ ਲੱਗਦੀ, ਮੇਰੇ ਕੋਲ ਆ ਕੇ ਗੱਲ ਕਰੀ। ਸੋ ਇਹ ਰੂਪ ਬਦਲ ਰਿਹਾ, ਤੁਸੀਂ ਕਹਿੰਦੇ ਹੋ ਯਾਰ ਨਹੀਂ ਜ਼ਰੂਰੀ, ਤੂੰ ਮੇਰੇ ਨਾਲ ਫੋਨ 'ਤੇ ਗੱਲ ਕਰ ਲਾ। ਸੋ ਇਹ ਟਰਾਂਸਫੋਰਮੇਸ਼ਨ ਆ ਸੋਸਾਇਟੀ ਦੀ, ਇਹ ਸੋਸ਼ਲ ਟਰਾਂਸਫੋਰਮੇਸ਼ਨ ਵਿੱਚ ਹੀ ਸਾਰੀਆਂ ਅੰਬੈਸੀਜ਼ ਨੇ। ਸੋ ਅੰਬੈਸੀਜ਼ ਓਪਨ ਨੇ, ਹਾਲੇ ਵੀ ਨਿਊਜ਼ੀਲੈਂਡ ਚੱਲ ਰਿਹਾ, ਕੈਨੇਡਾ ਚੱਲ ਰਿਹਾ, ਇੰਗਲੈਂਡ ਚੱਲ ਰਿਹਾ। ਜਿਹੜੀਆਂ ਜਿੱਦਾਂ ਅਮਰੀਕਾ ਹਿੱਟ ਹੋਇਆ, ਅਮਰੀਕਾ ਥੋੜ੍ਹਾ ਸਲੋ ਡਾਊਨ ਹੈ, ਬਟ ਜਿਹੜੀਆਂ ਅੰਬੈਸੀਜ਼ ਚੱਲ ਰਹੀਆਂ, ਆਨਲਾਈਨ ਯੂਨੀਵਰਸਿਟੀਜ਼ ਐਡਮਿਸ਼ਨਸ ਦੇ ਰਹੀਆਂ, ਅਗਰ ਕਿਤੇ ਕੋਈ ਨਾ ਕੋਈ ਆਸ ਹੈਗੀ ਆ, ਉਸੇ ਏਜੰਟ ਦੇ ਉੱਪਰ, ਉਸੇ ਆਸ ਦੇ ਉੱਪਰ ਏਜੰਟਸ ਨੇ, ਔਰ ਏਜੰਟਸ ਨੂੰ ਆਸ ਦਿਸੇਗੀ ਤਾਂ ਉਸੇ ਆਸ ਦੇ ਉੱਪਰ ਹੀ ਗਾਂ ਸਾਡਾ ਸੋਸ਼ਲ ਸੈਟਅਪ ਆ, ਸਟੂਡੈਂਟਸ ਹੈ। ਬਿਕੋਜ਼ ਜੇ ਉਹ ਆਸ ਦਿਸਣੀ ਬੰਦ ਹੋ ਗਈ ਤਾਂ ਫਿਰ ਉਹ ਸਭ ਲਈ ਸਮਾਂ ਖਤਰਨਾਕ ਹੈ। ਅਤੇ ਅਸੀਂ ਜਾਣਨਾ ਚਾਹਾਂਗੇ ਕਿ ਕਿੰਨੀ ਕੁ ਪ੍ਰਭਾਵਿਤ ਹੋਈ ਹੈ ਜਿਹੜੀ ਇੰਡਸਟਰੀ ਆ? ਸਰ ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈਗੀ ਕਿ ਜਿਸ ਤਰੀਕੇ ਨਾਲ ਆਲਮੋਸਟ ਸਭ ਤਰ੍ਹਾਂ ਦੇ, ਈਵਨ ਖੇਤੀਬਾੜੀ ਦੇ ਉੱਪਰ, ਸਬਜ਼ੀਆਂ ਦੇ ਉੱਪਰ, ਸੋ ਅਫੈਕਟ ਤਾਂ ਹੈਗਾ। ਅਫੈਕਟ ਆਲਮੋਸਟ ਜਿੰਨੀਆਂ ਇੰਡਸਟਰੀਜ਼ ਆ, ਜਿੰਨੇ ਕੰਟਰੀਜ਼ ਆ, ਤਕਰੀਬਨ ਸਾਰਿਆਂ ਦੇ ਉੱਪਰ ਹੈਗਾ। ਪਰ ਇਹ ਸਾਡੇ ਲਈ ਇੱਕ ਲਰਨਿੰਗ ਫੇਜ਼ ਆ, ਇਹ ਸਾਨੂੰ ਬਹੁਤ ਕੁਝ ਸਿਖਾ ਰਿਹਾ, ਸਾਨੂੰ ਸੁਸਾਇਟੀ ਨੂੰ ਬਹੁਤ ਕੁਝ ਸਿਖਾ ਰਿਹਾ। ਸੋ ਹੌਲੀ ਹੌਲੀ ਜਿਸ ਤਰੀਕੇ ਨਾਲ ਸਮਾਂ ਲੰਘੇਗਾ, ਉਮੀਦ ਹੈ ਕਿ ਅਸੀਂ ਸਾਰੇ ਇਸ ਤੋਂ ਉੱਭਰ ਜਾਵਾਂਗੇ। ਆਲਰੇਡੀ ਸਰ ਮੈਂ ਤੁਹਾਡੇ ਨਾਲ ਗੱਲ ਕਰਾਂ, ਆਲਰੇਡੀ ਕਈ ਬੱਚਿਆਂ ਨੇ ਆਪਣੀਆਂ ਫੀਸਾਂ ਭਰੀਆਂ, ਕਈਆਂ ਦੇ ਵੀਜ਼ੇ ਮਤਲਬ ਕਿ ਆਏ ਹੋਏ ਆ, ਉਹਨਾਂ ਦਾ ਗਾਂਹ ਭਵਿੱਖ ਕੀ ਹੋਊਗਾ? ਦੇਖੋ, ਜਿਨ੍ਹਾਂ ਦੇ ਵੀਜ਼ੇ ਆਏ ਆ, ਜਦ ਤੱਕ ਚੀਜ਼ਾਂ ਨਾਰਮਲ ਨਹੀਂ ਹੁੰਦੀਆਂ ਤਦ ਤੱਕ ਉਹ ਟਰੈਵਲ ਤਾਂ ਨਹੀਂ ਕਰ ਸਕਦੇ। ਹਾਂ, ਏਅਰਪੋਰਟਸ ਬੰਦ ਹੈ, ਅੰਬੈਸੀਜ਼ ਖੁੱਲ੍ਹ ਸਕਦੀਆਂ ਨੇ, ਆਨਲਾਈਨ ਵਰਕਿੰਗ ਯੂਨੀਵਰਸਿਟੀਜ਼ ਦੀ ਚੱਲ ਰਹੀ ਹੈ, ਸੋ ਐਡਮਿਸ਼ਨਸ ਚੱਲ ਰਹੀਆਂ ਨੇ, ਔਰ ਇਸੇ ਆਸ ਦੇ ਉੱਪਰ ਆ ਕਿ ਆਉਣ ਵਾਲਾ ਸਮਾਂ ਜੇਕਰ ਕੁਝ ਬਿਹਤਰ ਹੋਏਗਾ ਤਾਂ ਓਬਵੀਅਸਲੀ ਇਹ ਇੰਡਸਟਰੀ ਫਿਰ ਤੋਂ ਉਸੇ ਤਰੀਕੇ ਨਾਲ ਆਪਣੀ ਸਪੀਡ ਅਪ ਹੋ ਜਾਏਗੀ। ਕਈ ਬੱਚਿਆਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਆਜੀ ਪੈਸੇ ਚੱਕ ਕੇ ਫੀਸਾਂ ਭਰੀਆਂ ਹੋਈਆਂ ਵਾ, ਉਹਨਾਂ ਬਾਰੇ ਮਤਲਬ ਕਿ ਕੀ ਉਹਨਾਂ ਦਾ ਗਾਂਹ ਕੀ ਫਿਊਚਰ ਕੀ ਹੋਊਗਾ ਉਹਨਾਂ ਦਾ? ਇਸ ਗੱਲ ਨਾਲ ਮੈਂ ਬਿਲਕੁਲ ਇਤਫਾਕ ਰੱਖਦਾ ਕਿ ਨਵੰਬਰ ਦਸੰਬਰ ਦੀਆਂ ਕਈ ਸਟੂਡੈਂਟਸ ਨੇ ਫੀਸਾਂ ਭਰੀਆਂ ਨੇ, ਅਤੇ ਉਸ ਤੋਂ ਬਾਅਦ ਲਾਈਕ ਜਿਹੜੀ ਪਹਿਲੀ ਮਈ ਇਨਟੇਕ ਸੀ ਜਾਂ ਜੈਨ ਸੀ, ਉਹਦੇ 'ਚ ਵੀ ਇਫੈਕਟ ਸੀਗਾ। ਮਈ ਦੇ ਵਿੱਚ ਤਕਰੀਬਨ ਸੀਟਾਂ ਕੈਂਸਲ ਹੋ ਗਈਆਂ, ਔਰ ਜਿਹੜੀ ਨੈਕਸਟ ਇਮੀਡੀਏਟ ਇਨਟੇਕ ਹੈ ਉਹ ਤਕਰੀਬਨ ਸੈਪਟੰਬਰ ਦੀ ਆਉਣ ਵਾਲੀ ਆ। ਦੇਖੋ, ਜਿਸ ਤਰੀਕੇ ਨਾਲ ਸਾਰੀ ਦੁਨੀਆ 'ਤੇ ਅਸਰ ਆ, ਇਹਦੇ ਵਿੱਚ ਅਸੀਂ ਕਿਸੇ ਕੋਲੋਂ ਰਿਲੀਫ ਤਾਂ ਐਕਸਪੈਕਟ ਕਰ ਨਹੀਂ ਸਕਦੇ। ਅਗਰ ਕਿਸੇ ਪਰਿਵਾਰ ਨੇ ਪੈਸੇ ਲਾਏ ਨੇ, ਉਹ ਬਿਹਤਰੀ ਲਈ ਲਾਏ ਨੇ, ਸੋ ਉਹਦੇ ਵਿੱਚ ਅਸੀਂ ਸੋਚੀਏ ਕਿ ਕਿਸੇ ਪਾਸਿਓਂ ਕੋਈ ਰਿਲੀਫ ਆ ਜਾਏਗੀ ਜਾਂ ਕੋਈ ਮਦਦ ਕਰੇਗਾ, ਇਹਦੇ 'ਚ ਤਾਂ ਕੋਈ ਨਹੀਂ ਕੁਝ ਕਰ ਸਕਦਾ। ਸੋ ਓਬਵੀਅਸਲੀ ਇਹਦਾ ਖਮਿਆਜਾ ਜਿਸ ਤਰੀਕੇ ਨਾਲ ਲਾਈਕ ਜਿਹਨੇ ਸਬਜ਼ੀਆਂ ਲਾਈਆਂ ਉਹ ਭੁਗਤ ਰਿਹਾ, ਜਿਹਨੇ ਕੋਈ ਕਾਰੋਬਾਰ ਕੀਤਾ ਸੀ ਉਹ ਭੁਗਤ ਰਿਹਾ, ਸੋ ਉਸੇ ਤਰੀਕੇ ਨਾਲ ਇਹ ਸਟੂਡੈਂਟਸ ਉਹਦਾ ਖਮਿਆਜਾ ਭੁਗਤ ਰਹੇ ਨੇ। ਉਮੀਦ ਕਰਦੇ ਹਾਂ ਕਿ ਸ਼ਾਇਦ ਇੰਡਸਟਰੀ ਜਲਦੀ ਪਹਿਲੇ ਵਾਂਗੂ ਦੁਬਾਰਾ ਚੱਲ ਪਏਗੀ। ਅਰਵਿੰਦਰ ਜੀ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਇੰਡਸਟਰੀ ਵਿੱਚ ਆਇਆ ਨੂੰ? ਮੈਨੂੰ ਲਗਭਗ 21 ਸਾਲ ਤੋਂ ਮੈਂ ਇਸ ਇੰਡਸਟਰੀ ਦੇ ਵਿੱਚ ਹਾਂ, ਔਰ ਅਸੀਂ ਬਹੁਤ ਸਾਰੇ ਪੜਾਅ ਵੇਖੇ ਨੇ, ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ ਨੇ, ਪਰ ਫਿਰ ਵੀ ਇਹ ਜਿਹੜਾ ਸਮਾਂ ਆ, ਇਹ ਤੁਸੀਂ ਜਿਹੜਾ ਹੁਣ ਸਮਾਂ ਚੱਲ ਰਿਹਾ ਕੋਵਿਡ-19 ਦਾ, ਜਿੰਨਾ ਪ੍ਰਭਾਵ ਇਸ ਸਮੇਂ ਵਿੱਚ ਪਿਆ, ਤੁਸੀਂ ਅੱਜ ਤੱਕ ਕਦੇ ਦੇਖਿਆ? ਹਾਂ, ਇਸ ਤੋਂ ਪਹਿਲਾਂ ਵੀ ਇੱਦਾਂ ਦਾ ਕੁਝ ਹੋ ਚੁੱਕਾ ਆ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਆਈਡੀਆ ਹੋਏਗਾ, ਪਰ ਇਮੀਗ੍ਰੇਸ਼ਨ ਇੰਡਸਟਰੀ ਦੇ ਉੱਪਰ 9/11 ਜਦੋਂ ਅਮਰੀਕਾ ਦਾ ਵਾਲਾ ਜਿਹੜਾ ਟੈਰਰ ਅਟੈਕ ਸੀਗਾ, 9/11 ਦਾ ਵੀ ਬਹੁਤ ਲੰਬਾ ਇਫੈਕਟ ਸੀਗਾ। ਸੋ 9/11 ਤੋਂ ਬਾਅਦ ਵੀ ਕਾਫੀ ਸਮਾਂ ਲੱਗਾ ਸੀ ਉੱਭਰਨ ਨੂੰ, ਅਤੇ ਜਿਹੜਾ ਕੋਵਿਡ ਵਾਲਾ ਟਾਈਮ ਹੈ ਅਗੇਨ ਸ਼ਾਇਦ ਉਨਾ ਖਤਰਨਾਕ ਨਾ ਰਹੇ। ਸੋ ਉਮੀਦ ਕਰਦੇ ਹਾਂ ਅਫੈਕਟ ਯੈਸ ਇੱਦਾਂ ਦਾ ਹੀ ਲੋਕਡਾਊਨ ਉਦੋਂ ਸੀ, ਇਹ ਸੀ ਕਿ ਉਦੋਂ ਲੋਕ ਤੁਰ ਫਿਰ ਰਹੇ ਸੀ, ਪਰ ਇੰਡਸਟਰੀ ਇੱਕਦਮ ਕਲੈਪਸ ਹੋ ਗਈ ਸੀ। ਸੋ ਉੱਦਾਂ ਦਾ ਹੀ ਸਮਾਂ ਹੋਣਾ ਹੈ ਕਿ ਇੰਡਸਟਰੀ ਨੂੰ ਫਰਕ ਤਾਂ ਪਿਆ ਆ ਥੋੜ੍ਹਾ ਬਹੁਤ, ਅਗਰ ਆਪਾਂ ਵੇਖਾਂਗੇ, ਬਟ ਫਿਰ ਵੀ ਬਿਹਤਰੀ ਦੀ ਉਮੀਦ ਹੈਗੀ, ਆਪਾਂ ਕਰਦੇ ਜਿਹੜੀ।
ਕਈ ਪ੍ਰੋਮੋ ਚੱਲ ਰਹੇ ਆ ਆਪਣੇ ਟੀਵੀ ਦੇ ਉੱਤੇ ਜੀ, ਤੁਸੀਂ ਵਿਦਆਊਟ ਆਈਲੈਟਸ ਜਾਓ ਜੀ, ਤੁਸੀਂ ਫੀਸਾਂ ਬਾਅਦ ਚ ਦੇ ਦਿਓ ਜੀ, ਤੁਸੀਂ ਮਤਲਬ ਕਿ ਜਿੱਦਾਂ ਵੀ ਕਹੋਗੇ ਜੀ ਉੱਦਾਂ ਤਿਆਰ ਆ, ਹੈ ਨਾ। ਇਹਦੇ ਵਿੱਚ ਮਤਲਬ ਕਿ ਕੀ ਸੱਚਾਈ ਹੈ, ਇਹ ਤੁਸੀਂ ਸਾਨੂੰ ਦੱਸੋ ਕਿ ਕੀ ਹੋ ਕੀ ਰਿਹਾ ਹੈ। ਇਹ ਦੇਖੋ ਹਰ ਇੱਕ ਦੀ ਆਪੋ ਆਪਣੀ ਰਿਸਰਚ ਹੈ, ਬਟ ਅਗਰ ਬਿਨਾਂ ਆਈਲੈਟਸ ਤੋਂ ਤੇ ਕਈ ਕੰਟਰੀ ਅਸੈਪਟ ਕਰ ਲੈਂਦੇ ਆ, ਬਟ ਬਿਨਾਂ ਅੰਗਰੇਜ਼ੀ ਤੋਂ ਕਿਤੇ ਨਹੀਂ ਜਾ ਹੋਣਾ। ਸੋ ਜਿੱਦਾਂ ਹੁਣ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਹਾਲੇ ਤੱਕ ਬਿਨਾਂ ਆਈਲੈਟਸ ਨਾਮ ਦੀ ਕੋਈ ਚੀਜ਼ ਨਹੀਂ ਆ, ਸੋ ਆਈਲੈਟਸ ਕਰਕੇ ਹੀ ਜਾਣਾ ਪੈਣਾ। ਇੰਗਲੈਂਡ ਵਰਗੇ ਕੰਟਰੀਜ਼ ਆ ਜਿਹੜੇ ਕਿ ਬੱਚਿਆਂ ਦਾ ਛੋਟਾ ਮੋਟਾ ਟੈਸਟ ਲੈ ਕੇ ਤੇ ਬਿਨਾਂ ਆਈਲੈਟਸ ਤੋਂ ਉਹਨਾਂ ਨੂੰ ਅਸੈਪਟ ਕਰ ਲੈਂਦੇ, ਜਾਂ ਬੱਚੇ ਦੀ ਪਰਸੈਂਟੇਜ ਵੇਖ ਕੇ ਉਹਨੂੰ ਅਸੈਪਟ ਕਰ ਲੈਂਦੇ ਆ। ਹਾਂ, ਜਿਹੜੀ ਫੀਸਾਂ ਬਾਅਦ ਦੇਣ ਵਾਲੀ ਕਹਾਣੀ ਹੈ ਉਹ ਮੇਰੀ ਸਮਝ ਤੋਂ ਥੋੜ੍ਹੀ ਜਿਹੀ ਪਰੇ ਆ, ਬਿਕੋਜ਼ ਪ੍ਰੋਫੈਸ਼ਨਲੀ ਇਸ ਤਰੀਕੇ ਨਾਲ ਨਹੀਂ ਹੁੰਦਾ। ਇੱਕ ਸਟੂਡੈਂਟ, ਅਸੀਂ ਨਾਰਮਲ ਇੱਕ ਪ੍ਰੋਫੈਸ਼ਨ ਦਾ ਕੰਮ ਕਰਦੇ ਹਾਂ ਜਿਹਦੇ ਵਿੱਚ ਕਿ ਬੱਚਿਆਂ ਨੂੰ ਉਹ ਸੇਵਾਵਾਂ ਦਿੰਦੇ ਹਾਂ ਪ੍ਰੋਫੈਸ਼ਨਲੀ ਕਿ ਉਹ ਇੱਥੋਂ ਬਿਹਤਰ ਭਵਿੱਖ ਲਈ, ਹਾਇਰ ਐਜੂਕੇਸ਼ਨ ਲਈ ਅਲੱਗ-ਅਲੱਗ ਯੂਨੀਵਰਸਿਟੀਜ਼, ਅਲੱਗ-ਅਲੱਗ ਕੋਰਸਿਸ ਲਈ ਜਾ ਸਕਣ। ਇਹ 'ਚ ਜੂਆ ਖੇਡਣ ਵਾਂਗੂ ਨਹੀਂ ਹੈ ਕਿ ਤੁਸੀਂ ਇੰਨੇ ਪੈਸੇ ਲਾਓਗੇ ਤਾਂ ਇੰਨੇ ਮਿਲ ਜਾਣਗੇ, ਜਾਂ ਪਹਿਲਾਂ ਤੁਸੀਂ ਘੱਟ ਦਿਓਗੇ ਤਾਂ ਬਾਅਦ 'ਚ ਇੰਨੀ ਪੰਡ ਦਿਓਗੇ। ਸੋ ਇਸ ਗੱਲ ਨਾਲ ਮੈਂ ਬਹੁਤ ਜ਼ਿਆਦਾ ਇਤਫਾਕ ਨਹੀਂ ਰੱਖਦਾ। ਸੋ ਬੱਚੇ, ਅਗਰ ਤੁਸੀਂ ਸਰਕਾਰੀ ਯੂਨੀਵਰਸਿਟੀਜ਼ ਜਾਣਾ, ਅਗਰ ਤੁਸੀਂ ਚੰਗੇ ਕਾਲਜਸ ਵਿੱਚ ਜਾਣਾ ਤਾਂ ਤੁਹਾਨੂੰ ਫੀਸਾਂ ਪਹਿਲਾਂ ਹੀ ਦੇਣੀਆਂ ਪੈਣੀਆਂ। ਸੋ ਅਗਰ ਤੁਸੀਂ ਫੀਸਾਂ ਪਹਿਲਾਂ ਨਹੀਂ ਦੇ ਰਹੇ, ਤੁਸੀਂ ਕਿਸੇ ਪ੍ਰਾਈਵੇਟ ਕਾਲਜ ਵਿੱਚ ਜਾਓਗੇ, ਜਿਹਦਾ ਕਰਕੇ ਹੋ ਸਕਦਾ ਤੁਹਾਨੂੰ 2 ਦੀ ਥਾਂ 'ਤੇ 3 ਸਾਲ ਦੀ ਪੜ੍ਹਾਈ ਕਰਨੀ ਪਵੇ, ਬਿਕੋਜ਼ ਪਹਿਲਾ ਸਾਲ ਤੁਸੀਂ ਪ੍ਰਾਈਵੇਟ ਐਜੂਕੇਸ਼ਨ ਚਲਾਇਆ, ਉਸ ਤੋਂ ਬਾਅਦ 2 ਸਾਲ ਤੁਸੀਂ ਪਬਲਿਕ ਕਾਲਜ ਲਾਓਗੇ, ਔਰ ਤੁਸੀਂ 1 ਸਾਲ ਦੀ ਐਡੀਸ਼ਨਲ ਫੀਸ ਦਿਓਗੇ, ਔਰ ਪਹਿਲੇ ਸਾਲ ਦੀ ਵੀ ਫੀਸ ਤੁਸੀਂ ਵਿਦਆਊਟ ਆਈਲੈਟਸ ਬਾਅਦ ਵਿੱਚ ਦੇਣ ਦੇ ਚੱਕਰ 'ਚ ਜਿਹੜੀ ਫੀਸ ਆ ਤੁਸੀਂ ਦੁੱਗਣੀ ਤਿੱਗਣੀ ਕਰਕੇ ਦਿਓਗੇ। ਸੋ ਸਟੂਡੈਂਟਸ ਪੜ੍ਹੇ ਲਿਖੇ ਨੇ, ਅੱਜ ਕੱਲ੍ਹ ਸਮਝਦਾਰ ਨੇ, ਇੰਟੈਲੀਜੈਂਟ ਸਟੂਡੈਂਟਸ ਨੇ। ਸੋ ਸਾਡਾ ਜਿਹੜਾ ਮੇਜਰ ਤਬਕਾ ਆ ਉਹ ਇੰਪਲੋਏਬਿਲਟੀ ਲਈ ਜਾਂਦਾ ਆ, ਉਹ ਰੁਜ਼ਗਾਰ ਲਈ ਜਾਂਦਾ ਆ। ਪੇਰੈਂਟਸ ਇਸ ਤਰੀਕੇ ਨਾਲ ਸੋਚਦੇ ਵੀ 10-12 ਲੱਖ ਰੁਪਈਆ ਬੱਚੇ 'ਤੇ ਲਾਇਆ, ਇਹਦੀ ਇੱਕ ਵਾਰੀ ਲਾਈਫ ਸੈੱਟ ਹੋ ਗਈ। ਸੋ ਉਹ ਇਸੇ ਤਰੀਕੇ ਨਾਲ ਹੀ, ਜਿੱਦਾਂ ਤੁਸੀਂ ਸੋਚਦੇ ਹੋ ਕਿ ਪਰਿਵਾਰ ਦਾ ਕੋਈ ਬੱਚਾ ਆ, ਯਾਰ ਇਹਨੂੰ ਇੱਥੇ ਹੱਟੀ ਪਾ ਦਈਏ, ਇਹਨੂੰ ਫੈਕਟਰੀ ਖੋਲ੍ਹ ਦਈਏ ਕਿ ਇਹਨੂੰ ਬਾਹਰ ਭੇਜ ਦਈਏ। ਸੋ ਇਹ ਇਕੁਇਲੈਂਟ ਜੌਬ ਅਪਰਚੁਨਿਟੀ ਵਾਂਗੂ ਵੇਖਿਆ ਜਾਂਦਾ ਹੈ। ਸੋ ਇਹ ਜੌਬ ਕ੍ਰੀਏਸ਼ਨ ਦੇ ਨਾਮ ਦੇ ਉੱਪਰ ਸਭ ਕੁਝ ਹੋ ਰਿਹਾ, ਬਿਕੋਜ਼ ਸਾਨੂੰ ਸਭ ਨੂੰ ਪਤਾ ਕਿ ਇੱਥੇ ਇੰਪਲੋਏਬਿਲਟੀ ਦਾ ਜਾਂ ਇੱਥੇ ਰੁਜ਼ਗਾਰ ਦਾ ਮਸਲਾ ਕਿੱਦਾਂ ਦਾ ਆ। ਸਭ ਤੋਂ ਵੱਡਾ ਸਵਾਲ ਹੈ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਜਿਹੜੇ ਟੂਰਿਸਟ ਵੀਜ਼ੇ ਕਈਆਂ ਨੇ ਲਵਾਏ ਸੀ ਆਪਣੇ, ਕਈਆਂ ਦਾ 10 ਸਾਲ ਦਾ ਲੱਗਾ ਸੀ, ਕਈਆਂ ਦਾ 8 ਸਾਲ ਦਾ ਲੱਗਾ ਸੀ ਨਾ, ਕਈਆਂ ਦਾ 6 ਮਹੀਨੇ ਦੇ ਵੀ ਲੱਗੇ ਆ। ਕਈ ਤਾਂ ਉੱਧਰ ਚਲੇ ਗਏ ਆ, ਜਿਹੜੇ ਉੱਧਰ ਜਾ ਕੇ ਫਸ ਗਏ ਆ ਨਾ, ਕਈ ਇੱਧਰ ਬੈਠੇ ਆ। ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੁਬਾਰਾ ਉਹਨਾਂ ਨੇ ਵੀਜ਼ੇ ਲੈਣੇ ਪੈਣਗੇ, ਕਿ ਕੀ ਉਹਨਾਂ ਦਾ ਪ੍ਰੋਸੈਸ ਹੋਊਗਾ ਜਾਂ ਕੀ ਹੋਊਗਾ? ਦੇਖੋ ਪਰਮਿੰਦਰ ਜੀ, ਇਹ 2-3 ਸਵਾਲ ਨੇ, ਮੈਂ ਇੱਕ ਇਹਨੂੰ ਬ੍ਰੇਕਅਪ ਕਰ ਲੈਣਾ। ਇੱਕ ਤੇ ਹੈਗਾ ਕਿ ਜਿਹੜੇ ਇੰਡੀਅਨਸ ਬਾਹਰ ਟੂਰਿਸਟ ਵੀਜ਼ਾ ਲਈ ਗਏ ਸੀ, ਛੋਟੀ ਦੇਰ ਲਈ ਉੱਥੇ ਰਹਿਣਾ ਚਾਹੁੰਦੇ ਸੀ, ਮਹੀਨਾ 2 ਮਹੀਨੇ, ਤੇ ਵਾਪਸ ਆਉਣਾ ਚਾਹੁੰਦੇ ਆ, ਉਹ ਸਾਰੇ ਵਾਪਸ ਆ ਸਕਦੇ ਆ। ਹਾਂ, ਉਹ ਜਿਹੜੀਆਂ ਜਿੱਦਾਂ ਸ਼ਡਿਊਲਡ ਫਲਾਈਟਾਂ ਸੀ ਪਹਿਲਾਂ, ਕਿ ਕਿਸੇ ਨੇ ਅੱਜ ਬੁੱਕ ਕੀਤੇ ਮਹੀਨੇ ਦੀ ਵਾਪਸੀ ਸੀ, ਉਹ ਸਾਰੀਆਂ ਕੈਂਸਲ ਹੋ ਗਈਆਂ। ਹੁਣ ਇਸ ਟਾਈਮ ਚਾਰਟਰਡ ਫਲਾਈਟਸ ਚੱਲਦੀਆਂ ਨੇ, ਉਹ ਸਾਰਿਆਂ ਨੂੰ ਇਹ ਰਿਕੁਆਇਰਮੈਂਟ ਆ ਕਿ ਉਹ ਆਪੋ ਆਪਣੀ ਲੋਕਲ ਇੰਡੀਅਨ ਅੰਬੈਸੀ ਦੇ ਨਾਲ ਰਾਬਤਾ ਕਾਇਮ ਕਰਨ। ਉਹ ਰਾਬਤਾ ਕਾਇਮ ਕਰਨ ਤੋਂ ਬਾਅਦ ਉਹ ਅੰਬੈਸੀ ਉਹਨਾਂ ਨੂੰ ਇੱਕ ਜਹਾਜ਼ ਮੁਹੱਈਆ ਕਰਾਊਗੀ। ਜਦੋਂ ਵੇਖਦੇ ਨੇ ਕਿ ਇੰਨੇ ਜਾਣ ਵਾਲੇ ਹੋ ਗਏ ਤੇ ਇੱਕ ਜਹਾਜ਼ ਦਾ ਪ੍ਰਬੰਧ ਕਰ ਲਿਆ ਜਾਂਦਾ, ਉਹ ਚਾਰਟਰਡ ਫਲਾਈਟ ਆ, ਉਹਦੇ ਉੱਪਰ ਵਾਪਸ ਆ ਸਕਦੇ ਆ। ਸੋ ਅਗਰ ਇਸ ਸਮੇਂ ਦੇ ਵਿੱਚ ਕੋਈ ਓਵਰਸਟੇ ਹੋ ਗਿਆ ਤਾਂ ਉਹਦੇ ਲਈ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਆ, ਬਿਕੋਜ਼ ਇਹ ਸਭ ਨੂੰ ਪਤਾ ਕਿ ਇਹ ਐਪੀਡੈਮਿਕ ਸਿਚੁਏਸ਼ਨ ਹੈ, ਮਹਾਂਮਾਰੀ ਵਾਲਾ ਸਿਚੁਏਸ਼ਨ ਚੱਲ ਰਹੀ ਹੈ। ਸੋ ਕਿਸੇ ਦਾ ਅਗਰ ਓਵਰਸਟੇ ਹੋ ਜਾਊਗਾ, ਉਹਨੂੰ ਨਾਲ ਦੀ ਨਾਲ ਲੋਕਲ ਹੋਮ ਆਫਿਸ ਦੇ ਨਾਲ ਵੀ ਰਾਬਤਾ ਕਾਇਮ ਕਰ ਲੈਣ ਕਿ ਮੈਂ ਵਾਪਸ ਜਾਣਾ ਚਾਹੁੰਦਾ ਹਾਂ। ਸੋ ਮੇਰਾ ਜਾਂ ਤਾਂ ਵੀਜ਼ਾ ਐਕਸਟੈਂਡ ਕਰ ਦਿਓ, ਜਾਂ ਉਹਨਾਂ ਨੂੰ ਨੋਟੀਫਾਈ ਕਰ ਦਿਓ ਕਿ ਮੈਂ ਆਲਰੇਡੀ ਇੰਡੀਅਨ ਅੰਬੈਸੀ ਨੂੰ ਇਤਲਾਹ ਦਿੱਤੀ ਹੋਈ ਹੈ ਵਾਪਸ ਜਾਣ ਦੀ। ਸੋ ਤੁਸੀਂ ਕਾਗਜ਼ਾਂ 'ਚ ਸਾਫ਼ ਰਹਿ ਜਾਓਗੇ, ਤਾਂ ਕਿ ਤੁਸੀਂ ਨੈਕਸਟ ਟਾਈਮ ਅਪਲਾਈ ਕਰੋਗੇ ਤੁਹਾਡੇ ਵੀਜ਼ਾ ਦੇ ਉੱਪਰ ਗਲਤ ਅਸਰ ਨਹੀਂ ਜਾਏਗਾ। ਦੂਸਰੀ ਹੈ ਕਿ ਜਿਹੜੇ ਬਾਹਰੋਂ ਲੋਕ ਇੰਡੀਆ 'ਚ ਆਏ ਆ, ਉਹ ਵਾਪਸ ਜਾਣਾ ਚਾਹੁੰਦੇ ਆ, ਸੇਮ ਪ੍ਰੋਸੈਸ ਉਹਨਾਂ ਲਈ ਆ। ਉਹਨਾਂ ਲਈ ਇੰਡੀਅਨ ਗਵਰਨਮੈਂਟ ਵੀਜ਼ਾ ਐਕਸਟੈਂਸ਼ਨ ਦੇ ਰਹੀ ਆ। ਸੋ ਸੇਮ ਇਸੇ ਤਰੀਕੇ ਨਾਲ ਹੀ ਚਾਰਟਰਡ ਫਲਾਈਟਸ ਨੇ, ਅਲੱਗ-ਅਲੱਗ ਮੁਲਕਾਂ ਨੂੰ ਚੱਲ ਰਹੀਆਂ, ਇੰਗਲੈਂਡ ਨੂੰ ਚੱਲ ਰਹੀਆਂ, ਅਮਰੀਕਾ ਨੂੰ ਚੱਲ ਰਹੀਆਂ, ਕੈਨੇਡਾ ਨੂੰ ਚੱਲ ਰਹੀਆਂ। ਸੋ ਉਹ ਚਾਰਟਰਡ ਫਲਾਈਟਸ ਦੇ ਵਿੱਚ ਹਾਲਾਂਕਿ ਕਿਰਾਇਆ ਗਵਰਨਮੈਂਟਸ ਜ਼ਿਆਦਾ ਲੈ ਰਹੀਆਂ ਨੇ, ਬਟ ਇਹ ਵੀ ਨਾਲ ਸਹੂਲਤ ਦੇ ਰਹੀਆਂ ਨੇ ਕਿ ਅਗਰ ਕਿਸੇ ਕੋਲ ਕਿਰਾਇਆ ਨਹੀਂ ਹੈਗਾ ਤਾਂ ਉਹਦੀ ਵੀ EMI ਦੇ ਉੱਪਰ ਗਵਰਨਮੈਂਟ ਲਾ ਦਿੰਦੀ ਹੈ ਕਿ ਤੁਸੀਂ ਪੈਸੇ ਭਾਵੇਂ ਬਾਅਦ 'ਚ ਦੇ ਲਿਓ, ਰਾਈਟ। ਸੋ ਤੀਸਰੀ ਸਿਚੁਏਸ਼ਨ ਹੈਗੀ ਹੈ ਕਿ ਅਗਰ ਜਿਨ੍ਹਾਂ ਦੇ ਕੋਲ ਵੀਜ਼ੇ ਲਏ ਹੋਏ ਸੀ, ਕਿਸੇ ਕੋਈ ਮਹੀਨੇ ਦਾ ਹੀ, ਜਿਨ੍ਹਾਂ ਦੇ ਕੋਲ ਵੀਜ਼ਾ ਸ਼ਾਰਟ ਡਿਊਰੇਸ਼ਨ ਦਾ ਸੀਗਾ, ਇਹ ਸ਼ਾਰਟਰ ਪ੍ਰਿਵਿਲੇਜ ਸੀਗੀ ਤੁਹਾਨੂੰ ਘੁੰਮਣ ਫਿਰਨ ਦੇ ਲਈ, ਜਿਹਦੇ 'ਚ ਕਿ ਤੁਸੀਂ ਸੈਰ ਸਪਾਟੇ ਲਈ ਜਾਣਾ ਸੀ ਔਰ ਤੁਸੀਂ ਘੁੰਮ ਫਿਰ ਸਕਦੇ ਸੀ। ਸੋ ਉਹ ਸਮਾਂ ਜਿਹੜਾ ਇਹ ਗੜਬੜ ਹੋ ਗਈ, ਕੋਵਿਡ ਆ ਗਿਆ, ਸਿਚੁਏਸ਼ਨ ਗੜਬੜ ਆ ਗਈ। ਸੋ ਤੁਸੀਂ ਉਸ ਸੋਹਣੇ ਸਮੇਂ 'ਚ ਨਹੀਂ ਜਾ ਸਕੇ। ਸੋ ਤੁਸੀਂ ਅਗਲੀ ਵਾਰੀ ਵੀਜ਼ਾ ਲੈ ਲਿਓ। ਹਾਂ, ਉਹ ਵੇਖਣਾ ਪਏਗਾ ਕਿ ਤੁਹਾਡੀ ਨੈਕਸਟ ਟਾਈਮ ਅਫੋਰਡੇਬਿਲਟੀ ਕਿੰਨੀ ਹੈ, ਤੁਹਾਡੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ। ਸੋ ਜਿਨ੍ਹਾਂ ਦੇ ਕੋਲ ਲੰਬੇ ਵੀਜ਼ਾਜ਼ ਆ,
ਉਹ ਜਦੋਂ ਮਾਹੌਲ ਸਹੀ ਹੁੰਦਾ ਉਹ ਦੁਬਾਰਾ ਟਰੈਵਲ ਕਰ ਸਕਦੇ ਆ। ਨਹੀਂ, ਇਹ ਜਿਹੜਾ 10 ਸਾਲ ਦਾ ਵੀਜ਼ਾ ਲੱਗਾ ਉੱਤੇ ਹੀ ਦੁਬਾਰਾ ਟਰੈਵਲ ਕਰ ਸਕਦੇ ਕਿ ਦੁਬਾਰਾ ਪੇਪਰ ਵਰਕ ਕਰਕੇ ਉਹਨਾਂ ਨੂੰ ਦੁਬਾਰਾ ਕਰਨਾ ਪਊਗਾ ਸਾਰਾ? ਨਹੀਂ, ਜਿਨ੍ਹਾਂ ਦੇ ਕੋਲ ਲੰਬੇ ਵੀਜ਼ਾਸ ਨੇ, ਵੀਜ਼ਾ ਬੇਸਿਕਲੀ ਹੁੰਦੀ ਹੈ ਪਰਮਿਸ਼ਨ ਟੂ ਐਂਟਰ ਇਨਟੂ ਅ ਕੰਟਰੀ। ਸੋ ਅਗਰ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ ਔਰ ਉਹਦੀ ਡਿਊਰੇਸ਼ਨ 10 ਸਾਲ ਦੀ ਹੈ, ਇਹਦਾ ਮਤਲਬ 10 ਸਾਲ ਦੇ ਸਮੇਂ ਵਿੱਚ ਤੁਸੀਂ ਜਦੋਂ ਮਰਜ਼ੀ ਆ ਜਾ ਸਕਦੇ ਹੋ। ਸੋ ਜਿਹੜਾ ਤੁਹਾਡਾ ਹੁਣ ਦਾ ਪਲਾਨ ਸੀ, ਤੁਸੀਂ ਮਾਰਚ ਵਿੱਚ ਜਾਣਾ ਸੀ, ਅਪ੍ਰੈਲ 'ਚ ਜਾਣਾ ਸੀ, ਮਈ 'ਚ ਜਾਣਾ ਸੀ, ਇਹ ਨਹੀਂ ਜਾ ਸਕੇ, ਤੁਸੀਂ ਸਰਦੀਆਂ ਛੁੱਟੀਆਂ ਜਾਣਾ ਚਾਹੋਗੇ ਤਾਂ ਤੁਹਾਨੂੰ ਕੋਈ ਐਂਟਰੀ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ। ਸੋ ਤੁਸੀਂ ਅਗਰ ਤੁਹਾਡੇ ਕੋਲ ਵੀਜ਼ਾ ਖਤਮ ਹੋ ਗਏ ਆ, ਵੀਜ਼ਾ ਡਿਊਰੇਸ਼ਨ ਤੁਹਾਡੀ ਬਿਨਾਂ ਟਰੈਵਲ ਕੀਤੇ ਖਤਮ ਹੋ ਗਈ, ਯੈਸ ਤੁਹਾਨੂੰ ਵੀਜ਼ਾ ਦੁਬਾਰਾ ਲੈਣਾ ਪਏਗਾ। 5 ਲੱਖ ਦੇ ਵਿੱਚ ਆਪਾਂ ਪ੍ਰੋਮੋ ਦੇਖਦੇ ਹਾਂ ਜੀ, ਤੁਸੀਂ ਕੈਨੇਡਾ ਜਾਓ, ਹੈ ਨਾ, ਇਹ ਮਤਲਬ ਕਿਸ ਤਰ੍ਹਾਂ ਹੋ ਸਕਦਾ, ਕਿਸ ਤਰ੍ਹਾਂ ਪੋਸੀਬਲ ਹੈ? ਅਸਲ ਦੇ ਵਿੱਚ ਇਹ ਪੋਸੀਬਲ ਹੈ ਨਹੀਂ ਹੈ, ਬਿਕੋਜ਼ ਕਿਸੇ ਵੀ ਪਬਲਿਕ ਜਿਹੜਾ ਕਾਲਜ ਆ 5 ਲੱਖ ਰੁਪਏ ਤਾਂ ਤੁਹਾਡੀ GIC ਦੀ ਫੀਸ ਹੀ ਆ, ਜਿਹੜਾ ਤੁਹਾਡਾ ਇਕੱਲਾ ਲਿਵਿੰਗ ਐਕਸਪੈਂਸਿਸ ਆ। ਸੋ ਇਹ ਉਹੀ ਆ ਕਿ ਤੁਹਾਨੂੰ ਦਿਖਾਇਆ ਕੁਛ ਜਾਂਦਾ ਤੇ ਵੇਚਿਆ ਕੁਛ ਜਾਂਦਾ। ਸੋ ਤੇ ਮਤਲਬ ਮੁੜ ਕੇ ਸਪੋਜ਼ ਤੁਹਾਨੂੰ ਹੀ ਮੈਂ ਕਹਿਤਾ ਕਿ ਤੁਸੀਂ 5 ਲੱਖ ਚੱਲ ਜਾਓਗੇ, ਤੁਸੀਂ ਆਏ, ਮੈਂ ਕਹੂੰਗਾ ਯਾਰ ਨਹੀਂ ਤੁਸੀਂ ਚੰਗੇ ਸਟੂਡੈਂਟ ਹੋ, ਤੁਸੀਂ ਯਾਰ ਸਰਕਾਰੀ ਕਾਲਜ ਜਾਓ, ਉੱਥੇ ਤੁਹਾਡਾ 15 ਲੱਖ ਰੁਪਏ ਖਰਚਾ ਹੋਣਾ, ਤੁਸੀਂ ਆਹ ਵੇਖੋ ਵੈਬਸਾਈਟ ਦੇ ਉੱਪਰ ਸਰਕਾਰੀ ਫੀਸ ਇੰਨੀ ਆ। ਸੋ ਇਹ ਇੱਕ ਤਰੀਕੇ ਨਾਲ ਮਾਰਕੀਟਿੰਗ ਆ। ਸੋ ਇਹ ਮਾਰਕੀਟਿੰਗ ਦਾ ਹਿੱਸਾ ਹੋ ਸਕਦਾ, ਬਟ ਪ੍ਰੈਕਟੀਕਲੀ ਇਹ ਪੋਸੀਬਲ ਨਹੀਂ ਹੈ, ਬਿਕੋਜ਼ 5 ਲੱਖ ਤਾਂ ਸਿੱਧਾ GIC ਦੀ ਕਾਸਟ ਹੀ ਹੈ। ਸਾਡੇ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਸਮੈਸਟਰ ਦੇ ਵਿੱਚ ਜਾਣਾ ਚਾਹੁੰਦੇ ਆ? ਜਨਵਰੀ ਜਿਹੜੇ ਸਮੈਸਟਰ ਹੁਣ ਤੁਸੀਂ ਕਿਹਾ ਵਾ, ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਗਾਈਡ ਕਰੋਗੇ ਉਹਨਾਂ ਨੂੰ? ਦੇਖੋ ਸਟੂਡੈਂਟਸ, ਅਗਰ ਤੁਸੀਂ ਇਸ ਸਮੇਂ ਦੇ ਵਿੱਚ ਜਾਣਾ ਚਾਹੁੰਦੇ ਹੋ, ਸੋ ਇਮੀਡੀਏਟ ਜਿਹੜੀ ਇਨਟੇਕ ਹੈ ਅਵੇਲੇਬਲ ਦਿਸ ਰਹੀ ਆ, ਉਹ ਹੈਗੀ ਆ ਸੈਪਟੰਬਰ। ਇਸ ਟਾਈਮ ਯੂਨੀਵਰਸਿਟੀਜ਼ ਓਪਨ ਨੇ, ਅੰਬੈਸੀਜ਼ ਆਨਲਾਈਨ ਡੀਲ ਕਰ ਰਹੀਆਂ ਨੇ। VFS ਦੇ ਵਿੱਚ ਕੱਲ੍ਹ ਪਰਸੋਂ ਤੋਂ ਸੈਨੀਟਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ। VFS ਵੀ ਹੌਲੀ ਤਿਆਰ ਹੋ ਰਹੇ ਨੇ। ਇਹ ਜਿਹੜਾ ਕੋਵਿਡ ਵਾਲਾ ਸਮਾਂ ਆ, ਇਹ ਸਾਨੂੰ ਇੱਕ ਬਹੁਤ ਵੱਡਾ ਲੈਸਨ ਆ, ਸਾਨੂੰ ਬਹੁਤ ਕੁਝ ਸਿਖਾ ਕੇ ਜਾ ਰਿਹਾ ਕਿ ਜਿਹੜੇ ਕੰਮਾਂ ਲਈ ਅਸੀਂ ਕਿਤੇ ਜਾਏ ਬਿਨਾਂ ਸਾਡਾ ਸਰਦਾ ਆ ਤਾਂ ਅਸੀਂ ਉਸ ਤਰੀਕੇ ਦਾ ਕੰਮ ਕਰ ਲਈਏ। ਸੋ ਸਾਡਾ ਜਿਹੜਾ ਸਿਸਟਮ ਪੁਰਾਣਾ ਉਹ ਸਿੱਧਾ ਇੱਦਾਂ ਸੀ ਵੀ ਅਸੀਂ ਏਜੰਟ ਕੋਲ ਚੱਲੀਏ, ਜਾ ਕੇ ਗੱਲਬਾਤ ਕਰੀਏ ਤੇ ਫਿਰ ਹੀ ਅਸੀਂ ਅਗਲੇ ਪ੍ਰੋਸੈਸ ਦੇ ਉੱਪਰ ਚੱਲਾਂਗੇ। ਸੋ ਤੁਹਾਨੂੰ ਸਭ ਨੂੰ ਆਨਲਾਈਨ ਲਰਨਿੰਗ ਦੇ ਵਿੱਚ ਆਨਲਾਈਨ ਬਹੁਤ ਸਾਰੇ ਕੰਟਰੀਜ਼ ਪ੍ਰੋਸੈਸਿਸ ਚੱਲਦੀਆਂ ਨੇ। ਸੋ VFS ਸੈਨੀਟਾਈਜੇਸ਼ਨ ਇੱਕ ਪਹਿਲੀ ਰੇ ਆਫ ਹੋਪ ਆ ਗਈ, ਉਮੀਦ ਦੀ ਕਿਰਨ ਦਿਸ ਰਹੀ ਆ ਕਿ ਉਹ ਅਗਰ ਸ਼ੁਰੂ ਹੋ ਗਿਆ ਤਾਂ ਸਟੂਡੈਂਟਸ ਬਾਇਓਮੈਟ੍ਰਿਕਲੀ ਜਾ ਸਕਣਗੇ, ਉੱਥੇ ਜਾ ਕੇ ਆਪਣੇ ਫਿੰਗਰਪ੍ਰਿੰਟ ਦੇ ਦੇਣਗੇ। ਐਪਲੀਕੇਸ਼ਨ ਸਾਰੀਆਂ ਪਹਿਲਾਂ ਹੀ ਆਨਲਾਈਨ ਲੱਗ ਰਹੀਆਂ ਹੈ। ਕੈਨੇਡਾ ਦੀ ਐਪਲੀਕੇਸ਼ਨ ਟੋਟਲੀ ਆਨਲਾਈਨ ਹੈ। ਅਗਰ ਬੱਚਿਆਂ ਦਾ ਜਾਂ ਕਿਸੇ ਵੀ ਟੂਰਿਸਟ ਦਾ ਪਹਿਲਾਂ ਤੋਂ ਵੀਜ਼ਾ ਅਪਲਾਈ ਕੀਤਾ, ਰਿਫਿਊਜ਼ ਵੀ ਹੋਇਆ ਹੋਵੇ ਤਾਂ ਉਹਨੂੰ ਦੁਬਾਰਾ ਅੰਬੈਸੀ ਜਾਣ ਦੀ ਲੋੜ ਨਹੀਂ, ਉਹਦਾ ਆਨਲਾਈਨ ਪ੍ਰੋਸੈਸ ਸਾਰਾ ਚੱਲ ਜਾਏਗਾ। ਸੋ ਆਨਲਾਈਨ ਪ੍ਰੋਸੈਸਿੰਗ ਦੇ ਵਿੱਚ ਹੀ ਸਾਰੇ ਤੁਹਾਡੇ ਡਿਸੀਜਨਸ ਆ ਜਾਣਗੇ। ਸੋ ਨਥਿੰਗ ਟੂ ਵਰੀ। ਸੋ ਸਾਨੂੰ ਸਭ ਨੂੰ ਸਿੱਖਣ ਦੀ ਲੋੜ ਇਹ ਆ ਕਿ ਜਿਹੜਾ ਸਮਾਂ ਅਸੀਂ ਇੱਥੇ ਬੈਠਿਆਂ ਗਵਾ ਰਹੇ ਹਾਂ, ਉਹਨੂੰ ਅਸੀਂ ਲਰਨਿੰਗ ਦੇ ਉੱਪਰ ਲਾਈਏ। ਸੋ ਤੁਸੀਂ ਅਗਰ ਸਿੱਖਣਾ ਚਾਲੂ ਕਰੋਗੇ ਔਰ ਆਉਣ ਵਾਲਾ ਭਵਿੱਖ ਆਨਲਾਈਨ ਲਰਨਿੰਗ ਦਾ ਆ, ਆਨਲਾਈਨ ਲਰਨਿੰਗ ਦੇ ਵਿੱਚ ਜਾਓਗੇ ਤੇ ਤਾਂ ਹੀ ਤੁਹਾਡਾ ਕੁਛ ਨਾ ਕੁਛ ਫਾਇਦਾ ਹੋਏਗਾ। ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ, ਮੁੱਢਲੀ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ, ਸਾਡੇ ਦਰਸ਼ਕਾਂ ਨਾਲ ਰੂਬਰੂ ਹੋਏ ਆ। ਇਹ ਸਨ ਰਾਇਲ ਟਰੈਵਲ ਤੋਂ ਅਰਵਿੰਦਰਪਾਲ ਸਿੰਘ ਜੀ। ਸਾਡੇ ਦਰਸ਼ਕਾਂ ਵੱਲੋਂ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਤੇ ਉਹਨਾਂ ਦੀ ਅਸੀਂ ਗੱਲਬਾਤ ਕਰਨ ਲਈ ਅੱਜ ਪਹੁੰਚੇ ਸੀਗੇ ਰਾਇਲ ਟਰੈਵਲ ਜਲੰਧਰ। ਤੇ ਕਿਸੇ ਵੀ ਤਰ੍ਹਾਂ ਦੀ ਹੋ, ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਸਾਡੇ ਇਨਬਾਕਸ ਸਾਨੂੰ ਮੈਸੇਜ ਕਰੋ। ਅਸੀਂ ਤੁਹਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦੇ ਤੁਹਾਡੇ ਸਵਾਲ ਦਾ ਜਵਾਬ ਅਸੀਂ ਦਈਏ। ਚੰਗੇ ਤੋਂ ਚੰਗੇ ਕੰਸਲਟੈਂਟ ਨਾਲ ਅਸੀਂ ਮਿਲ ਕੇ ਤੁਹਾਡੇ ਹਰ ਸਵਾਲ ਦਾ ਜਵਾਬ ਦਈਏ। ਮੈਂ ਪਰਮਿੰਦਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਦੇ। ਬਹੁਤ ਬਹੁਤ ਧੰਨਵਾਦ।